ਤੁਮਰੇ ਗੁਣ ਕਿਆ ਕਹਾਂ। ਮੇਰੇ ਸਤਿਗੁਰਾ ਜਪ ਗੁਰ ਬੋਲਹਿ ਤਬ ਬਿਸਮ ਹੋਇ ਜਾਇ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। जैसे हम सतगुर राख लिए चढ़ाए। तू गुर पिता तू है गुर माता। तू गुर बंधुप मेरा सखा सखा। बेशुमार अथाह अगणित अतुल्य ज्यों गुलाब हो त्यों नानक दास बोले। परम सम्मानयोग अद्वितीय और अजीम सतगुरु वालिए कुल आलम रब्बी ज्ञान दे मुजस्मे धन श्री गुरु ग्रंथ साहिब सच्चे पातशाह महाराज जी दी पावन मुकद्दस हजूरी अंदर सवेर दे दीवान विच हाजरी भर रहे गुरु के अजीज प्यारे सतसंगी जनों, आप जी अत धनता दे योग हो जिन्हों ने अज धन गुरु अमरदास महाराज पिता जी दे प्रकाश पुरब नूं समर्पित हाजरी भरी है। आओ एकाग्रता बख्शिश करते हुए सीमित समय के अंदर बड़े संखेप लफ्ज़ों दे विच धन गुरु अमरदास महाराज के जीवन के मुतलक विचार करने का यत्न करिए। असीस बख्शिश करते हुए गुरफतेह प्रवान करो जी। वाहिगुरु जी का खालसा वाहिगुरु जी की फतेह। अमृतसर साहब के लागे एक नगर पैंदा है, तकरीबन 5 मीलों की दूरी के उपर। उस नगर का नाम है बासर के। उस नगर नूं बासर के गल्लां करके भी याद किया जाता है। तो उस नगर दे विच भाई तेजभान जी रहिंदे। भाई तेजभान जी की पत्नी का नाम है माता लक्ष्मी जी। बाबा तेजभान जी के घर दे विच 5 मई 1479 ईस्वी नूं धन गुरु अमरदास महाराज जी का प्रकाश हुंदा है। बाबा अमरदास जी 4 भरा ने। गुरु अमरदास महाराज जी तो छोटे ने बाबा ईशरदास जी, जिन्हां दे अगे बेटे ने भाई गुरदास साहब जी, ते तीसरे नंबर के उत्ते ने बाबा खेम राय जी। बाबा खेम राय जी के पुत्र ने बाबा सावण मल जी, जो कि सुकेत मंडी तो लकड़ा लैके गोइंदवाल साहब आए सन।
ਤੇ ਚੌਥੇ ਨੰਬਰ ਦੇ ਉੱਤੇ ਨੇ ਭਾਈ ਮਾਨਕ ਚੰਦ ਜੀ, ਜਿਨ੍ਹਾਂ ਦੇ ਬੇਟੇ ਨੇ ਭਾਈ ਦਸੂ ਜੀ, ਜਿਨ੍ਹਾਂ ਦੇ ਨਾਲ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਜੀ ਵਿਆਹੇ ਹੋਏ। ਯਾਦ ਰੱਖਣਾ, ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਤੋਂ ਛੋਟੇ ਬਾਬਾ ਈਸ਼ਰ ਦਾਸ ਜੀ, ਬਾਬਾ ਈਸ਼ਰ ਦਾਸ ਤੋਂ ਛੋਟੇ ਨੇ ਬਾਬਾ ਖੇਮ ਰਾਏ ਜੀ, ਬਾਬਾ ਖੇਮ ਰਾਏ ਤੋਂ ਛੋਟੇ ਨੇ ਬਾਬਾ ਮਾਨਕ ਚੰਦ ਜੀ। 4 ਭਰਾ ਨੇ। ਪਿਤਾ ਬਾਬਾ ਤੇਜਭਾਨ ਜੀ ਸਨਾਤਨ ਮਤ ਨੂੰ, ਹਿੰਦੂ ਮਤ ਨੂੰ ਮੰਨਦੇ ਨੇ। ਤੀਰਥਾਂ ਦੀ ਯਾਤਰਾ ਕਰਨੀ, ਆਰਤੀ ਉਤਾਰਨੀ, ਮੂਰਤੀਆਂ ਦੀ ਪੂਜਾ ਕਰਨੀ, ਗਾਇਤਰੀ ਮੰਤਰ ਦਾ ਜਾਪ ਕਰਨਾ, ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹਨਾ, ਵਰਨ ਆਸ਼ਰਮ ਨੂੰ, ਜਾਤ ਪਾਤ ਨੂੰ ਮੰਨਣਾ, ਬ੍ਰਾਹਮਣਾਂ ਨੂੰ ਦਾਨ ਪੁੰਨ ਕਰਨਾ, ਗਊ ਨੂੰ ਮਾਂ ਕਰਕੇ ਸਮਝਣਾ, ਇਸ ਤਰ੍ਹਾਂ ਦੇ ਜਿਹੜੇ ਕਰਮ ਨੇ ਬਾਬਾ ਤੇਜਭਾਨ ਜੀ ਕਰਦੇ ਨੇ। ਤੇ ਘਰੋਂ ਹੀ ਉਹਨਾਂ ਨੂੰ ਸਨਾਤਨ ਮਤ ਦੀ ਸਿੱਖਿਆ ਮਿਲੀ ਹੈ। 1503 ਈਸਵੀ ਆ ਗਿਆ ਹੈ, ਸੰਖੇਪ ਵਿੱਚ ਅਰਜ਼ ਕਰ ਰਿਹਾ। ਤੇ ਬਾਬਾ ਅਮਰਦਾਸ ਸਾਹਿਬ ਜੀ 24 ਸਾਲ ਦੇ ਹੋ ਚੁੱਕੇ ਨੇ। 24 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਹੋਣ ਲੱਗਾ ਹੈ। ਅੱਜ ਕੱਲ੍ਹ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇੱਕ ਪਿੰਡ ਪੈਂਦਾ ਹੈ, ਤਕਰੀਬਨ ਕਿਲੋਮੀਟਰ ਦੀ ਦੂਰੀ ਦੇ ਉੱਪਰ। ਉਸ ਨਗਰ ਦਾ ਨਾਮ ਹੈ ਸਨਖਤਰਾ। ਸਨਖਤਰੇ ਪਿੰਡ ਦੇ ਵਿੱਚ ਭਾਈ ਦੇਵੀ ਚੰਦ ਬਹਿਲ ਜੀ ਰਹਿੰਦੇ ਨੇ। ਬਹਿਲ ਉਹਨਾਂ ਦੀ ਗੋਤ ਹੈ, ਖੱਤਰੀ ਉਹਨਾਂ ਦੀ ਜ਼ਾਤ ਹੈ। ਭਾਈ ਦੇਵੀ ਚੰਦ ਜੀ ਦੀ ਪੁੱਤਰੀ ਦਾ ਨਾਮ ਹੈ ਰਾਮ ਕੌਰ ਜੀ। ਭਾਵੇਂ ਇਤਿਹਾਸ ਦੇ ਵਿੱਚ ਬੀਬੀ ਮਨਸਾ ਦੇਵੀ ਜੀ, ਮਾਤਾ ਮਨਸਾ ਦੇਵੀ ਜੀ ਦੇ ਕਰਕੇ ਮਸ਼ਹੂਰ ਹੈ, ਪ੍ਰਸਿੱਧ ਹੈ, ਪਰ ਜਿਹੜਾ ਉਹਨਾਂ ਦਾ ਘਰ ਦਾ ਨਾਮ ਹੈ ਉਹ ਬੀਬੀ ਰਾਮ ਕੌਰ ਜੀ ਹੈ। ਬੀਬੀ ਮਨਸਾ ਦੇਵੀ ਜੀ ਦੇ ਨਾਲ ਬਾਬਾ ਅਮਰਦਾਸ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਹੈ। ਤੇ ਬਾਬਾ ਅਮਰਦਾਸ ਜੀ ਦੇ ਘਰ ਦੇ ਵਿੱਚ 4 ਸੰਤਾਨਾਂ ਹੋਈਆਂ ਨੇ। 2 ਪੁੱਤਰ ਤੇ 2 ਪੁੱਤਰੀਆਂ ਹੋਈਆਂ ਨੇ। ਵੱਡੇ ਪੁੱਤਰ ਬਾਬਾ ਮੋਹਨ ਜੀ, ਛੋਟੇ ਬਾਬਾ ਮੋਹਰੀ ਜੀ। 2 ਪੁੱਤਰੀਆਂ ਨੇ, ਬੀਬੀ ਦਾਨੀ ਤੇ ਬੀਬੀ ਭਾਨੀ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ 20 ਸਾਲ ਹਰਿਦੁਆਰ ਗੰਗਾ ਦੇ ਉੱਤੇ ਇਸ਼ਨਾਨ ਕਰਨ ਦੇ ਵਾਸਤੇ, ਯਾਤਰਾ ਕਰਨ ਦੇ ਵਾਸਤੇ ਜਾਂਦੇ ਰਹੇ। ਤੇ ਜਿਸ ਸਮੇਂ ਅੱਜ 1541 ਈਸਵੀ ਦੇ ਵਿੱਚ ਤਕਰੀਬਨ ਉਹਨਾਂ ਦੀ ਜਿਹੜੀ ਉਮਰ ਹੈ, ਆਪ ਜੀ ਹਿਸਾਬ ਲਾ ਕੇ ਵੇਖ ਸਕਦੀ ਕਿੰਨੀ ਜ਼ਿਆਦਾ ਹੋ ਚੁੱਕੀ ਹੈ। 1479 ਦਾ ਮਹਾਰਾਜ ਦਾ ਜਨਮ ਹੈ ਤੇ ਅੱਜ 1541 ਆ ਚੁੱਕਾ ਹੈ। ਉਮਰ ਬਹੁਤ ਜ਼ਿਆਦਾ ਵੱਡੀ ਹੋ ਚੁੱਕੀ ਹੈ, ਤਕਰੀਬਨ 62 ਸਾਲ ਬਣਦੀ ਹੈ। 62 ਸਾਲ ਦੀ ਉਮਰ ਦੇ ਵਿੱਚ ਅੱਜ ਤੀਰਥ ਯਾਤਰਾ ਕਰਨ ਵਾਸਤੇ ਗਏ ਹੋਏ ਨੇ। ਤੇ ਇਹ ਜਿਹੜੀ ਯਾਤਰਾ ਹੈ, ਇਹ 21ਵੀਂ ਵਾਰ ਉਹਨਾਂ ਦੀ ਯਾਤਰਾ ਹੈ। 21ਵੀਂ ਯਾਤਰਾ ਸਾਲ ਦੇ ਵਿੱਚ ਕਈ ਵਾਰ 1 ਵਾਰ, ਕਈ ਵਾਰ 2 ਵਾਰ ਵੀ ਚਲੇ ਜਾਂਦੇ ਸਨ। ਤੇ ਪੁਰਾਣੇ ਸਮੇਂ ਦੇ ਅੰਦਰ ਰਸਤਿਆਂ ਦੇ ਉੱਤੇ, ਸੜਕਾਂ ਦੇ ਉੱਪਰ, ਸੜਕਾਂ ਦੇ ਕਿਨਾਰਿਆਂ ਦੇ ਉੱਪਰ ਮੁਸਾਫਰਖਾਨੇ ਬਣੇ ਹੋਇਆ ਕਰਦੇ ਸਨ, ਜਿਨ੍ਹਾਂ ਮੁਸਾਫਰਖਾਨਿਆਂ ਦੇ ਵਿੱਚ ਯਾਤਰੀ ਠਹਿਰਿਆ ਕਰਦੇ ਸਨ। ਤੇ ਆਮ ਤੌਰ ਤੇ ਜਿਹੜੇ ਮੁਸਾਫਰਖਾਨੇ ਸਨ ਉਹ ਧਰਮੀ ਲੋਕਾਂ ਦੇ ਵੱਲੋਂ ਬਣਾਏ ਜਾਂਦੇ ਸਨ। ਤੇ ਜਿਹੜਾ ਅੱਜ ਮੁਸਾਫਰਖਾਨਾ ਜਿਸ ਵਿੱਚ ਬਾਬਾ ਅਮਰਦਾਸ ਸਾਹਿਬ ਜੀ ਰਸਤੇ ਤੇ ਆਉਂਦਿਆਂ ਟਿਕੇ ਨੇ, ਉਹ ਪਰਗਣਾ ਮੁਲਾਣਾ ਦੇ ਵਿੱਚ ਹੈ। ਉਸ ਨਗਰ ਦਾ ਨਾਮ ਹੈ ਮੇੜਾ। ਮੇੜੇ ਨਗਰ ਦੇ ਵਿੱਚ ਮੁਸਾਫਰਖਾਨਾ ਹੈ ਤੇ ਉਸ ਮੁਸਾਫਰਖਾਨੇ ਦਾ ਮਾਲਕ ਹੈ ਪੰਡਿਤ ਦੁਰਗੋਦਾਸ ਜੀ। ਪੰਡਿਤ ਦੁਰਗੋਦਾਸ ਦੇ ਮੁਸਾਫਰਖਾਨੇ ਦੇ ਵਿੱਚ ਟਿਕੇ ਨੇ। ਨਾਲ ਉਹਨਾਂ ਦੇ ਕੁਝ ਹੋਰ ਯਾਤਰੀ ਵੀ ਨੇ, ਹੋਰ ਸੰਗੀ ਵੀ ਨੇ। ਰਾਤ ਨੂੰ ਆਰਾਮ ਕਰ ਰਹੇ ਨੇ। ਤੇ ਜਿਸ ਤਰ੍ਹਾਂ ਆਪਾਂ ਕਈ ਵਾਰ ਆਪਣੇ ਗੋਡੇ ਦੇ ਉੱਪਰ ਲੱਤ ਰੱਖ ਕੇ ਕਈ ਵਾਰ ਲੇਟ ਜਾਂਦੇ ਹਾਂ, ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਲੇਟੇ ਹੋਏ ਸਨ। ਪੰਡਿਤ ਦੁਰਗੋਦਾਸ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਦਰਅਸਲ ਪੰਡਿਤ ਦੁਰਗੋਦਾਸ ਸਮੁੰਦਰੀਕ ਗ੍ਰੰਥ ਦਾ ਜਾਣੂ ਸੀ। ਉਹ ਜੋਤਿਸ਼ ਵਿਦਿਆ ਨੂੰ ਜਾਣਦਾ ਸੀ, ਰੇਖਾਵਾਂ ਦੀ ਵਿਦਿਆ ਨੂੰ ਜਾਣਦਾ ਸੀ। ਭਾਵੇਂ ਕਿ ਗੁਰਮਤਿ ਵਿੱਚ ਇਹਨਾਂ ਰੇਖਾਵਾਂ ਨੂੰ ਕੋਈ ਥਾਂ ਨਹੀਂ ਹੈ, ਪਰ ਉਹ ਆਪਣੇ ਅਨੁਸਾਰ ਸੋਚ ਰਿਹਾ ਹੈ। ਕਹਿ ਰਿਹਾ ਕਿ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੈਂ ਸ਼ਬਦ ਗੁਰੂ ਵਰਤ ਰਿਹਾ, ਭਾਵੇਂ ਉਸ ਸਮੇਂ ਗੁਰੂ ਨਹੀਂ ਬਣੇ। ਕਹਿਣ ਲੱਗਾ ਜਿਹੜਾ ਬਾਬਾ ਅਮਰਦਾਸ ਜੀ ਦੇ ਪੈਰ ਦੇ ਵਿੱਚ ਇਹ ਪਦਮ ਰੇਖਾ ਹੈ,
ये पद्म रेखा कह रही है कि आने वाले समय दे विच जां ते ये चक्रवर्ती राजे बनणगे जां ऐसी पदवी के उपर पहुंचणगे जिस समय इन्हां दे अगे वड्डे वड्डे राजे महाराजे भी आके झुकणगे, मत्था टेकणगे, नमस्कार करनगे, धार्मिक गद्दी के उपर बैठणगे। ते जिस समय बाबा अमरदास महाराज जी उस मुसाफरखाने दे विचों जाण लगे, पंडित दुर्गोदास नूं कहंदे ने कुछ मंग लवो, तुहाडे मुसाफरखाने दे विच ठहरे होए सां, जो कुछ चाहीदा तुसीं सानूं दस देवो। पंडित दुर्गोदास कहण लगा अज नहीं, आउण वाले समय दे अंदर जदों तुसीं राजे बन जावोगे जां वड्डी गद्दी दे उपर बैठ जावोगे, तुसीं वादा करो, मैनूं वचन दे के जाओ कि तुसीं मैनूं ओही दान देवोगे जो मैं मंगांगा, जो अपनी जुबान दे नाल कहांगा। महाराज कहंदे ठीक है। नाल महाराज दे एक ब्रह्मचारी भी मुसाफरखाने दे विच टिकिया होया सी। उस ब्रह्मचारी दा नाम है हरिओम। वो अपने हत्थ दा पकाया होया प्रशादा छकदा सी, अपने आप नूं कहंदा सी मैं सोमपाकी हाँ। सोमपाकी दा अर्थ है ਜਿਹੜਾ कोई ब्राह्मण अपने हत्थ का पकाया होया प्रशादा लंगर तैयार करके छकदा होवे, किसी के हत्थ का ना छकदा होवे, उसनूं सोमपाकी आख्या जाता है। ये ब्रह्मचारी हरिओम बाबा अमरदास जी तो बहुत ज़्यादा प्रभावित होया। उन्हां दी बोल बाणी तो, उन्हां दी मिठास तो, उन्हां दी निमरता तो, उन्हां दे गुणां तो अज पहली बार बाबा अमरदास जी के हत्थां का पकाया होया प्रशादा छकिया। ते बाबा अमरदास जी मेड़े तो अपने नगर बासर के जा रहे सन, नालों ब्रह्मचारी भी बासर के आ गया। कुछ दिन घर भी टिकिया होया ते रात नूं अज मंजे के उपर इसे तरह बैठे हुए ने। अचानक उस ब्रह्मचारी ने सवाल किया, कहन लगे गल्लां बड़ियां तुसीं सोहणियां करदे हो, गुण तुहाडे अंदर बहुत ने, मैनूं एक गल दसो कि मूल मंत्र किहड़ा जपदे हो, तुहाडा गुरु किहड़ा है? अगों बाबा अमरदास जी ने अपना सिर झुका लिया, कहन लगे अजे तक गुरु कोई धारण नहीं किया, मैं तो तीर्थ यात्रा ही करता रहा ते अजे तक तीर्थ यात्रा ही करता है। वो ब्रह्मचारी हरिओम गुस्से हो गया, क्रोधित हो गया, कहन लगा इन्ने साल मैं साधना की है, तपस्या की है, इन्ने कर्म धर्म के कारज किए ने, अज तेरी संगत करके मेरे सारे जिहड़े कारज ने निष्फल हो गए ने, व्यर्थ चले गए ने। मैं अपने आप नूं अभागा समझदा हाँ ते मैं तेनों कह के जाना अज तो बाद तेरा मुख भी नहीं वेखांगा। गुस्से हो के क्रोधित हो के कल्पदा होया महाराज के घर दे विचों चला गया। बाबा अमरदास जी के मन के उपर एक करारी चोट लगी सी कि अजे तक मैं गुरु धारण क्यों नहीं किया। 62 साल की उम्र हो गई है, बुजुर्गी आ गई है, रात नूं नींद नहीं पई। ते घर दे विच उन्हां दी नूंह है बीबी अमरो जी, जो कि उन्हां दे भरा भाई मानक चंद दे बेटे बाबा जस्सू जी दे नाल विआही हुई है। ते गुरु अंगद साहब महाराज जी दी बेटी है बीबी अमरो जी। उस वक्त दही रिड़क रहे ने, दही रिड़कद्या नाल बाणी पढ़ी जा रहे ने। ते जिहड़ी बाणी उन्होंने उचारण की है मारू राग दे विचों, एक ते धन गुरु नानक साहब महाराज जी की बाणी ते दूजी गायन करन वाली गुरु अंगद साहब जी की बेटी, ते तीजा जदों उन्होंने इकागर चित हो के सुरत नाल बाणी टेक के पढ़ी ते बाबा अमरदास जी दूर बैठे हुए भी सुन के कोल आ गए। कहन लगे बेटा काम कार करदी कारज करदी भी तू ये बाणी तू जो गा रही है इसनूं सुनन दे नाल बड़ा सुकून मिलिया है, बड़ी शांति मिली है, किस दी बाणी है? हाथ जोड़ के कहन लगे कि पिता जी जिहड़ी ये बाणी है धन गुरु नानक साहब जी की बाणी है, जिन्हां दी गद्दी दे उपर अज मेरे पिता जी धन गुरु अंगद साहब जी सुभाएमान ने। धन गुरु अमरदास महाराज अपनी बेटी अपनी नूं बीबी अमरो जी नूं कहंदे ने कि मैनूं दर्शन हो सकता है। कहण लगी क्यों नहीं, उन्हां दे कोल तां वड्डे वड्डे राजे आउंदे ने, गरीब लोग भी आउंदे ने, हरेक तरह के लोग उन्हां दे कोल आउंदे ने, ते ओह कदे भी किसी नूं मोड़दे नहीं।
ਤੇ ਬਾਬਾ ਅਮਰਦਾਸ ਜੀ ਕਹਿੰਦੇ ਨੇ ਅੱਜ ਹੀ ਮੈਂ ਦਰਸ਼ਨ ਕਰਨਾ ਚਾਹੁੰਦਾ। ਬੀਬੀ ਅਮਰੋ ਜੀ ਤਿਆਰ ਹੋ ਗਏ, ਅੱਜ ਬਾਸਰਕੇ ਤੋਂ ਖਡੂਰ ਸਾਹਿਬ ਚੱਲ ਪਏ ਨੇ। ਥੋੜਾ ਜਿਹਾ ਲੰਮਾ ਪੈਂਡਾ ਹੈ ਤੇ ਚਲਦਿਆਂ ਚਲਦਿਆਂ ਅੱਜ ਖਡੂਰ ਸਾਹਿਬ ਪਹੁੰਚੇ ਨੇ। ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗਾ ਕਿ ਬਾਬਾ ਅਮਰਦਾਸ ਜੀ ਆ ਰਹੇ ਨੇ ਤੇ ਆਪ ਦੇ ਗਿਆਤ ਵਾਸਤੇ ਅਰਜ਼ ਕਰਾਂ। ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਨਾਲੋਂ 25 ਸਾਲ ਵੱਡੇ ਨੇ ਉਮਰ ਕਰਕੇ। ਗੁਰੂ ਅੰਗਦ ਸਾਹਿਬ ਜੀ ਦਾ 1504 ਈਸਵੀ ਦਾ ਜਨਮ ਹੈ ਤੇ ਬਾਬਾ ਅਮਰਦਾਸ ਜੀ ਦਾ 1479 ਈਸਵੀ ਦਾ ਜਨਮ ਹੈ। 25 ਸਾਲ ਬਾਬਾ ਅਮਰਦਾਸ ਜੀ ਵੱਡੇ ਨੇ, ਬਜ਼ੁਰਗ ਨੇ। ਫਿਰ ਦੂਜਾ ਕੁੜਮਾਚਾਰੀ ਦਾ ਰਿਸ਼ਤਾ ਵੀ ਹੈ ਤੇ ਫਿਰ ਤੀਜਾ ਇੱਕ ਹੋਰ ਰੁਕਾਵਟ ਵੀ ਹੈ, ਉੱਚੀ ਜ਼ਾਤ ਨਾਲ, ਖੱਤਰੀ ਦੇ ਨਾਲ ਸੰਬੰਧ ਰੱਖਦੇ ਨੇ। ਤੇ ਜੇ ਸੰਸਾਰ ਦੇ ਨਜ਼ਰੀਏ ਤੋਂ ਵੇਖਿਆ ਜਾਏ, ਇੱਕ ਬਜ਼ੁਰਗ ਹੋਵੇ, ਦੂਜਾ ਕੁੜਮ ਹੋਵੇ, ਤੀਜਾ ਉੱਚੀ ਜ਼ਾਤ ਨਾਲ ਸੰਬੰਧ ਰੱਖਦਾ ਹੋਵੇ, ਇੱਜ਼ਤਦਾਰ ਬੰਦਾ ਹੋਵੇ, ਪੜ੍ਹਿਆ ਲਿਖਿਆ ਹੋਵੇ ਤੇ ਹੱਥ ਜੋੜ ਕੇ ਆਪਣੇ ਤੋਂ ਛੋਟੇ ਦੇ ਅੱਗੇ ਇਹ ਬੇਨਤੀ ਕਰਦਾ ਹੋਵੇ ਕਿ ਮੈਨੂੰ ਆਪਣਾ ਸ਼ਾਗਿਰਦ ਬਣਾ ਲਵੋ, ਆਪਣਾ ਸਿੱਖ ਬਣਾ ਲਵੋ, ਬੜੀ ਔਖੀ ਜੀ ਗੱਲ ਹੈ। ਪਰ ਬਾਬਾ ਅਮਰਦਾਸ ਜੀ ਨੇ ਸੋਚਿਆ ਨਹੀਂ। ਹੱਥ ਜੋੜ ਕੇ ਖਲੋਤੇ ਹੋਏ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਿਹਾ ਜਾਂਦਾ ਹੈ, ਆਪਣੇ ਸਰੀਰ ਦੇ ਉੱਪਰ ਉਹਨਾਂ ਨੇ ਇੱਕ ਚਾਦਰ ਓੜੀ ਹੋਈ ਹੈ, ਚਾਦਰ ਲਈ ਹੋਈ ਹੈ। ਤੇ ਜਦੋਂ ਚਾਦਰ ਦੇ ਵਿੱਚੋਂ ਹੱਥ ਕੱਢ ਕੇ ਮਿਲਣ ਵਾਸਤੇ ਅੱਗੇ ਆਏ ਤੇ ਬਾਬਾ ਅਮਰਦਾਸ ਜੀ ਕਹਿੰਦੇ ਅੱਜ ਇਸ ਤਰ੍ਹਾਂ ਨਹੀਂ ਮਿਲਾਂਗਾ। ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਅੱਜ ਸਿੱਖ ਬਣ ਕੇ ਆਇਆ। ਤੇ ਮਹਾਰਾਜ ਦੇ ਚਰਨ ਛੂਹ ਕੇ ਆਸ਼ੀਰਵਾਦ ਲਿਆ, ਅਸੀਸ ਲਈ। ਕਹਿਣ ਲੱਗੇ ਲੰਮੇ ਸਮੇਂ ਤੋਂ ਕੋਈ ਗੁਰੂ ਧਾਰਨ ਨਹੀਂ ਸੀ ਕੀਤਾ, ਅੱਜ ਤੁਹਾਨੂੰ ਗੁਰੂ ਧਾਰਨ ਕਰਨ ਆਇਆ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਪਹਿਲੀ ਵਾਰ ਸਿੱਖਿਆ ਦਿੱਤੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਦਾ ਬੋਲਬਾਲਾ ਹੈ। ਇੱਕ ਅਕਾਲ ਪੁਰਖ ਤੋਂ ਇਲਾਵਾ ਇੱਥੇ ਕਿਸੇ ਦੇਵੀ ਦੇਵਤੇ ਨੂੰ ਕੋਈ ਮਾਨਤਾ ਨਹੀਂ ਹੈ। ਇੱਥੇ ਕੋਈ ਪੀਰ ਪੈਗੰਬਰ ਨੂੰ ਕੋਈ ਮਾਨਤਾ ਨਹੀਂ ਹੈ। ਇੱਥੇ ਕੋਈ ਤੀਰਥ ਯਾਤਰਾ ਨੂੰ ਥਾਂ ਨਹੀਂ। ਇੱਥੇ ਮੰਤਰਾਂ ਦੇ ਜਾਪ ਨੂੰ ਕੋਈ ਥਾਂ ਨਹੀਂ ਹੈ। ਇੱਥੇ ਜ਼ਾਤ ਪਾਤ ਦੀ ਕੋਈ ਥਾਂ ਨਹੀਂ ਹੈ। ਇੱਥੇ ਕਿਸੇ ਥਾਂ ਨੂੰ ਪਵਿੱਤਰ ਮੰਨਣਾ, ਕਿਸੇ ਥਾਂ ਨੂੰ ਅਪਵਿੱਤਰ ਮੰਨਣਾ, ਉਸ ਦੀ ਕੋਈ ਜਗ੍ਹਾ ਨਹੀਂ ਹੈ। ਉਪਦੇਸ਼ ਦਿੱਤਾ। ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਉਹ ਗ੍ਰਹਿਣ ਕੀਤਾ ਹੈ ਤੇ ਤਕਰੀਬਨ 1541 ਤੋਂ 1552 ਤੱਕ 11-12 ਸਾਲ ਤੱਕ ਜੋ ਬਾਬਾ ਅਮਰਦਾਸ ਜੀ ਨੇ ਘਾਲਣਾ ਘਾਲੀ, ਜੋ ਸੇਵਾ ਕੀਤੀ ਹੈ, ਐਸੀ ਮਿਸਾਲ, ਐਸੀ ਉਦਾਹਰਣ ਸੰਸਾਰ ਦੇ ਵਿੱਚ ਕਿਤੇ ਨਹੀਂ ਮਿਲਦੀ ਕਿ ਬਜ਼ੁਰਗੀ ਅਵਸਥਾ ਦਾ ਐਸਾ ਕੋਈ ਮਨੁੱਖ ਹੋਵੇ ਤੇ ਉਹ ਕਿਸੇ ਨੂੰ ਗੁਰੂ ਧਾਰਨ ਕਰਕੇ ਘਰ ਦੇ ਵਿੱਚ ਰਹਿੰਦਾ ਹੋਵੇ ਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਗੁਰੂ ਤੋਂ ਪਹਿਲਾਂ ਗਾਗਰ ਦੇ ਵਿੱਚ ਪਾਣੀ ਭਰ ਕੇ ਇਸ਼ਨਾਨ ਕਰਾਉਂਦਾ ਹੋਵੇ। ਐਸੀ ਮਿਸਾਲ ਮਿਲਦੀ ਨਹੀਂ। ਤੇ ਨਿਯਮ ਦੇ ਨਾਲ ਕੋਈ ਨਾਗਾ ਨਹੀਂ ਪਾਇਆ। ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਤੇ ਇੱਕ ਐਸੀ ਘਟਨਾ ਵਾਪਰੀ ਜਿਸ ਘਟਨਾ ਦੇ ਨਾਲ ਇਤਿਹਾਸ ਦੇ ਵਿੱਚ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਵੀ ਯਾਦ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਅੰਮ੍ਰਿਤ ਵੇਲੇ ਅੱਜ ਗੁਰੂ ਕੇ ਖੂਹ ਤੋਂ ਪਾਣੀ ਭਰ ਕੇ ਆ ਰਹੇ ਨੇ। ਖਡੂਰ ਸਾਹਿਬ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਆਪਣਾ ਖੂਹ ਹੋਇਆ ਕਰਦਾ ਸੀ, ਜਿਸ ਨੂੰ ਗੁਰੂ ਦਾ ਖੂਹ ਕਿਹਾ ਜਾਂਦਾ ਸੀ। ਭਾਵੇਂ ਕਿ ਕਈ ਇਤਿਹਾਸਕਾਰਾਂ ਨੇ ਬਿਆਸਾ ਦਰਿਆ ਤੋਂ ਪਾਣੀ ਭਰਨ ਦਾ ਜ਼ਿਕਰ ਵੀ ਕੀਤਾ ਹੈ, ਪਰ ਉਹ ਬਹੁਤ ਦੂਰ ਪੈ ਜਾਂਦਾ ਹੈ। ਤੇ ਜੇ ਘਰ ਦੇ ਵਿੱਚ ਹੀ ਖੂਹ ਹੋਵੇ ਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਗੁਰੂ ਕੇ ਖੂਹ ਤੋਂ ਪਾਣੀ ਭਰਦੇ ਨੇ ਤੇ ਪਾਣੀ ਭਰ ਕੇ ਜਿਸ ਵਕਤ ਅੱਜ ਮਹਾਰਾਜ ਦੇ ਕੋਲ ਆ ਰਹੇ ਨੇ, ਰਸਤੇ ਦੇ ਵਿੱਚ ਇੱਕ ਜੁਲਾਹੀ ਦਾ ਘਰ ਪੈਂਦਾ ਹੈ, ਜੁਲਾਹਿਆਂ ਦਾ ਘਰ। ਰਸਤੇ ਦੇ ਵਿੱਚ ਵਿਹੜਾ ਖੁੱਲ੍ਹਾ ਹੈ, ਕੋਈ ਕੰਧ ਨਹੀਂ, ਕੋਈ ਦੀਵਾਰ ਨਹੀਂ ਹੈ ਤੇ ਰਸਤੇ ਦੇ ਵਿੱਚ ਉਹਨਾਂ ਦੀ ਖੱਡੀ ਲੱਗੀ ਹੋਈ ਹੈ, ਕੱਪੜੇ ਬੁਣਨ ਵਾਲੀ। ਖੱਡੀ ਦੇ ਨਾਲ ਅੜ ਕੇ ਬਾਬਾ ਅਮਰਦਾਸ ਜੀ ਅੱਜ ਡਿੱਗ ਪਏ ਨੇ। ਹਨੇਰੀ ਰਾਤ ਹੈ, ਕੋਈ ਜਾਗ ਨਹੀਂ ਰਿਹਾ। ਤੇ ਜਦੋਂ ਡਿੱਗਣ ਦੀ ਆਵਾਜ਼ ਆਈ ਤੇ ਅੱਜ ਜੁਲਾਹਾ ਆਪਣੀ ਪਤਨੀ ਨੂੰ ਕਹਿੰਦਾ ਹੈ, ਵੇਖ ਬਾਹਰ ਜਾ ਕੇ ਕੌਣ ਹੈ ਜਿਹੜਾ ਡਿੱਗ ਪਿਆ ਹੈ। ਤੇ ਬਾਹਰ ਨਿਕਲ ਕੇ ਉਹ ਜੁਲਾਈ ਕਹਿੰਦੀ ਹੈ, ਹੋਰ ਕੌਣ ਹੋਣਾ ਹੈ, ਇੱਥੇ ਅਮਰੂ ਨਿਥਾਵਾ ਹੀ ਹੋਵੇਗਾ, ਜਿਸ ਨੂੰ ਨਾ ਦਿਨੇ ਚੈਨ ਹੈ ਨਾ ਰਾਤ ਨੂੰ ਚੈਨ ਹੈ। ਦਿਨੇ ਰਾਤ ਉਹ ਭਟਕਦਾ ਫਿਰਦਾ ਹੈ, ਪਤਾ ਨਹੀਂ ਇੱਥੋਂ ਕੀ ਉਸਨੇ ਲੈਣਾ ਹੈ।
ਤੇ ਬਾਬਾ ਅਮਰਦਾਸ ਜੀ ਨੂੰ ਕਹਿਣ ਲੱਗੀ ਇਹ ਅਮਨੂ ਨਿਥਾਵਾਂ ਹੈ। ਬਾਬਾ ਅਮਰਦਾਸ ਜੀ ਕਹਿੰਦੇ ਨੇ ਤੂੰ ਕਮਲੀ ਹੈ, ਤੈਨੂੰ ਪਤਾ ਨਹੀਂ, ਪਹਿਲਾਂ ਮੈਂ ਨਿਥਾਵਾਂ ਸੀ, ਪਹਿਲਾਂ ਮੈਂ ਨਿਗੁਰਾ ਸੀ, ਪਰ ਅੱਜ ਤੇ ਗੁਰੂ ਵਾਲਾ ਹੋ ਗਿਆ, ਅੱਜ ਮੈਂ ਤਾਂ ਥਾਂ ਵਾਲਾ ਹੋ ਗਿਆ, ਪਰ ਤੂੰ ਕਮਲਿਆਂ ਵਾਲੀ ਗੱਲ ਕਰ ਰਹੀ, ਅਜੇ ਵੀ ਮੈਨੂੰ ਤੂੰ ਅਮਨੂ ਨਿਥਾਵਾਂ ਕਹਿ ਰਹੀ ਹੈ। ਬਾਬਾ ਅਮਰਦਾਸ ਜੀ ਚੱਲ ਪਏ ਤੇ ਕੁਝ ਸਮੇਂ ਦੇ ਬਾਅਦ ਅਚਾਨਕ ਇਹ ਕੁਦਰਤ ਦਾ ਹੀ ਰੰਗ ਸੀ ਕਿ ਜਿਹੜੀ ਉਹ ਜੁਲਾਈ ਸੀ ਉਹ ਪਾਗਲ ਹੋ ਗਈ, ਕਮਲੀ ਹੋ ਗਈ, ਝੱਲੀ ਹੋ ਗਈ। ਬਾਅਦ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਵੀ ਆਈ, ਫਿਰ ਉਹ ਨਿਰੋਗ ਹੋਈ, ਤੰਦਰੁਸਤ ਹੋਈ। ਬਾਬਾ ਅਮਰਦਾਸ ਜੀ ਅੱਜ 1552 ਈਸਵੀ ਦੇ ਵਿੱਚ ਗੁਰਗੱਦੀ ਦੇ ਉੱਪਰ ਸੁਭਾਏਮਾਨ ਹੋਏ ਨੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਖਡੂਰ ਸਾਹਿਬ ਨੂੰ ਛੱਡ ਕੇ ਤੁਸੀਂ ਗੋਇੰਦਵਾਲ ਸਾਹਿਬ ਨਗਰ ਚਲੇ ਜਾਵੋ। ਉਸ ਤੋਂ ਪਹਿਲਾਂ 1546 ਈਸਵੀ ਦੇ ਵਿੱਚ ਗੋਇੰਦੇ ਨੇ ਆ ਕੇ ਬੇਨਤੀ ਕੀਤੀ ਹੈ। ਗੋਇੰਦਾ ਇੱਕ ਸਿੱਖ ਹੈ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸ਼ਰਧਾਲੂ ਹੈ ਤੇ ਉਸਨੇ ਬੇਨਤੀ ਕੀਤੀ ਹੈ ਮਹਾਰਾਜ ਮੇਰੀ ਬਿਆਸਾ ਦਰਿਆ ਦੇ ਕਿਨਾਰੇ ਤੇ ਜ਼ਮੀਨ ਹੈ ਤੇ ਮੈਂ ਨਗਰ ਵਸਾਉਣਾ ਚਾਹੁੰਦਾ ਹਾਂ, ਤੁਸੀਂ ਮੇਰੀ ਸਹਾਇਤਾ ਕਰੋ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਹੁਕਮ ਕੀਤਾ ਸੀ ਉੱਥੇ ਜਾ ਕੇ ਨਗਰ ਵਸਾਓ। 1546 ਈਸਵੀ ਦੇ ਵਿੱਚ ਨਗਰ ਵਸਿਆ ਹੈ ਤੇ ਬਾਬਾ ਸਾਵਣ ਮੱਲ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਸੰਤ ਸਧਾਰਨ ਜੀ ਨੇ, ਭਾਈ ਪਾਰੋ ਜੀ, ਭਾਈ ਪਰਮਹੰਸ ਜੀ ਨੇ, ਆਦਿਕ ਸਿੱਖਾਂ ਨੇ ਇਸ ਨਗਰ ਦੇ ਵਸਾਉਣ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ ਹੈ। 1552 ਈਸਵੀ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ ਬਾਬਾ ਅਮਰਦਾਸ ਜੀ ਗੋਇੰਦਵਾਲ ਸਾਹਿਬ ਜਾ ਕੇ ਟਿਕ ਗਏ ਨੇ। ਗੋਇੰਦਵਾਲ ਸਾਹਿਬ ਐਸੀ ਸ਼ਾਨੋ ਸ਼ੌਕਤ ਬਣੀ, ਇਸ ਤਰ੍ਹਾਂ ਦਾ ਮਾਹੌਲ ਬਣਿਆ, ਐਸਾ ਵਾਤਾਵਰਨ ਬਣਿਆ ਜਿਸ ਨੂੰ ਵੇਖ ਕੇ ਭੱਟ ਸਾਹਿਬ ਜੀ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ ਮੈਨੂੰ ਇਹ ਨਗਰ ਧਰਤੀ ਦਾ ਨਗਰ ਨਹੀਂ ਜਾਪਦਾ, ਕਹਿਣ ਲੱਗੇ ਮੈਨੂੰ ਤੇ ਸਵਰਗ ਵਰਗਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਪਰਮਾਤਮਾ ਖੁਦ ਇੱਥੇ ਨਗਰੀ ਦੇ ਵਿੱਚ ਵਸਦਾ ਹੋਵੇ। ਉਹਨਾਂ ਨੇ ਜਿਹੜੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪੀਊਸ ਪਿਵਨ ਕੀ ਬੰਚਤ ਸਿੱਧ ਕਉ ਬਿਦ ਮਿਲਾਇਓ, ਪੂਰਨ ਭੋਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਾਹੰਗ ਦਿਸ਼ ਧਾਇਓ, ਗੋਬਿੰਦਵਾਲ ਗੋਬਿੰਦਪੁਰੀ ਸਮ। ਕਹਿਣ ਲੱਗੇ ਜਿਹੜਾ ਗੋਇੰਦਵਾਲ ਹੈ ਇਹ ਗੋਬਿੰਦ ਦੀ ਪੁਰੀ ਵਰਗਾ ਜਾਪਦਾ ਹੈ, ਪਰਮਾਤਮਾ ਦੀ ਨਗਰੀ ਵਰਗਾ ਜਾਪਦਾ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲ ਤੀਰ ਵਿਪਾਸ ਬਣਾਇਓ, ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਅੱਜ ਜਦੋਂ ਗੁਰਗੱਦੀ ਦੇ ਉੱਪਰ ਸੁਭਾਏਮਾਨ ਹੋਏ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਨੇ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਜਿਹੜੇ ਬ੍ਰਾਹਮਣ ਨੇ ਜਾਂ ਇਹਨਾਂ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਦੇ ਸ਼ਰਧਾਲੂ ਨੇ, ਉਹਨਾਂ ਦੇ ਪੱਖ ਦੇ ਵਿੱਚ ਨੇ। ਉਹਨਾਂ ਨੇ ਕੰਨ ਭਰੇ, ਕਹਿਣ ਲੱਗੇ ਗੁਰਗੱਦੀ ਦੇ ਉੱਪਰ ਤੁਹਾਡਾ ਹੱਕ ਹੈ, ਤੁਹਾਡਾ ਅਧਿਕਾਰ ਹੈ ਤੇ ਤੁਹਾਡੇ ਘਰ ਦੇ ਵਿੱਚ ਆ ਕੇ ਕੋਈ ਹੋਰ ਗੁਰਗੱਦੀ ਦੇ ਉੱਪਰ ਬੈਠ ਜਾਵੇ, ਕਿਵੇਂ ਹੋ ਸਕਦਾ ਹੈ? ਤੁਸੀਂ ਧੱਕੇ ਦੇ ਨਾਲ ਆਪਣਾ ਹੱਕ ਮੰਗੋ, ਆਪਣਾ ਅਧਿਕਾਰ ਮੰਗੋ। ਬਾਬਾ ਦਾਤੂ ਜੀ ਅੱਜ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਗਏ। ਦੀਵਾਨ ਲੱਗਾ ਹੋਇਆ ਤੇ ਲੱਗੇ ਹੋਏ ਦੀਵਾਨ ਦੇ ਵਿੱਚ ਅੱਜ ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਭਰੇ ਦੀਵਾਨ ਦੇ ਵਿੱਚ ਜਾ ਕੇ ਲੱਤ ਮਾਰੀ ਹੈ। ਸਿੰਘਾਸਨ ਤੋਂ ਬਾਬਾ ਅਮਰਦਾਸ ਸਾਹਿਬ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਡਿੱਗ ਪਏ ਨੇ। ਉਹਨਾਂ ਦਾ ਜਿਹੜਾ ਸਰੀਰ ਹੈ ਬਜ਼ੁਰਗ ਹੋ ਚੁੱਕਾ ਹੈ ਤੇ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਹਿੰਦੇ ਨੇ ਮਹਾਰਾਜ ਦਾ ਜਿਹੜਾ ਸਰੀਰ ਹੈ ਕੰਬਣ ਲੱਗ ਪਿਆ, ਪਰ ਮਹਾਰਾਜ ਨੇ ਫਿਰ ਹੋਸ਼ ਸੰਭਾਲੀ, ਹੱਥ ਜੋੜ ਕੇ ਖਲੋ ਗਏ ਤੇ ਬਾਬਾ ਦਾਤੂ ਜੀ ਨੇ ਕਹਿੰਦੇ ਨੇ ਮੈਂ ਤੁਹਾਡੇ ਘਰ ਦਾ ਟਹਿਲੂਆ ਹਾਂ, ਤੁਹਾਡੇ ਘਰ ਦਾ ਸੇਵਕ ਹਾਂ ਤੇ ਮੇਰੇ ਘਰ ਦੇ ਵਿੱਚ ਮੇਰੇ ਪਾਤਸ਼ਾਹ ਦਾ ਸਾਹਿਬਜ਼ਾਦਾ ਆਵੇ ਤੇ ਮੈਂ ਉੱਠ ਕੇ ਸਨਮਾਨ ਵੀ ਨਾ ਕਰਾਂ, ਇਹ ਤੇ ਤੁਹਾਡੀ ਅਵੱਗਿਆ ਹੋ ਗਈ, ਤੁਹਾਡੀ ਬੇਅਦਬੀ ਹੋ ਗਈ, ਜਿਸ ਕਰਕੇ ਤੁਸੀਂ ਮੈਨੂੰ ਸਜ਼ਾ ਦਿੱਤੀ ਹੈ, ਦੰਡ ਦਿੱਤਾ ਹੈ, ਮੈਂ ਖਿਮਾ ਚਾਹੁੰਦਾ ਹਾਂ। ਹੋਰ ਕੋਈ ਸੇਵਾ ਦੀ ਲੋੜ ਹੋਵੇ ਤੇ ਦੱਸ ਦੇਵੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਿੰਘਾਸਨ ਤੇ ਗਿਰ ਕਰ ਪਰੇ, ਬ੍ਰਿਧ ਸਰੀਰ ਕੰਪ ਕਉ ਕਰੇ, ਬੌਰ ਸੰਭਾਰ ਉੱਠੇ ਤਤਕਾਲਾ, ਗਏ ਦਾਤੂ ਕੇ ਚਰਨ ਕਿਰਪਾਲਾ। ਕਹਿਣ ਲੱਗੇ ਜਾਂ ਤੇ ਅਧਿਕ ਸਰੀਰ ਕਠੋਰਾ,
तुमरे चरण मृदुल न थोरा, कहन लगे तुहाडे जिहड़े चरण ने बड़े कोमल जे ने, मेरे हड्ड जिहड़े ने सख्त हो चुके ने, मेरे सख्त हड्डां दे नाल जदों तुहाडे कोमल कोमल ये चरण लगे होणगे, तुहाडे चरणां नूं सੱਟ लगी होवेगी, चोट लगी होवेगी, मैं खिमा चाहुंदा हां। या ते अधिक शरीर कठोरा, महाराज जी कहन लगे मेरी उम्र वड्डी हो चुकी है, जिस करके मेरा ये शरीर जिहड़ा है, मेरे हड्ड जिहड़े ने वो सख्त हो चुके ने। या ते अधिक शरीर कठोरा, तुमरे चरण मृदुल न थोरा, होए गो कष्ट महाना, शिमो भयो अपराध अजाना। बाबा दातू जी कहन लगे साडी एक गुरगद्दी वापस करो, साडा हुक्म है गोइंदवाल साहब नूं छड्ड के चले जावो, आप आपे अपनी गुरगद्दी सांभ लवांगे। महाराज राह दसे बगैर ही गोइंदवाल साहब नूं छड्ड के अपने नगर बासर के चले गए, जिथे आप जी गुरुद्वारा साहब सन साहब दर्शन करते हो, अमृतसर साहब दे विच बासर के दे लागे, उत्थे महाराज जाके टिक गए ने। बाहरों दरवाज़ा बंद कर लिया। बाद विच बाबा बुढ़ा साहब आदिक सिख धन गुरु अमरदास महाराज जी दी घोड़ी नूं लै के अगे ला के उस नगर दे विच पहुंचे ते महाराज जी दी भाल कीती है। फिर वापस महाराज गुरु अमरदास सच्चे पातशाह जी गोइंदवाल साहब नगर वापस आए ने ते तकरीबन अज 1553 ईस्वी आ गई है। 1553 ईस्वी दे विच अज भाई जेठा जी दे नाल बाबा अमरदास साहब जी दे ने अपनी बेटी बीबी भानी जी का आनंद कारज किया है। आनंद कारज करन तो बाद महाराज ने तीर्थां का रटन किया। ते हैरानी की गल होवेगी कि जदों आपां बाणी पढ़ते हाँ तो अज तीर्थां दे उत्ते यात्रा करन वास्ते गए ने, पर उत्थे महाराज ने जाके इशनान नहीं किया, ब्राह्मणों नूं दान पुण्य नहीं किया, मूर्ति की पूजा नहीं की, आरती नहीं उतारी, उत्थे कोई जाके मंत्र नहीं पढ़िया। महाराज की करन गए? वो शब्द आपां धन गुरु ग्रंथ साहब महाराज जी की बाणी दे विच पढ़ते हाँ कि महाराज जी लोगों का उदाहरण करने वास्ते गए ने, संसार का उदार करने वास्ते गए ने कि जिस तरह मैं इन्ने साल जिंदगी दे विच भटकदा रहा, तुसीं भी भटकियो ना। असल विच रस्ता ये है, तीरथ उद्यम सतगुरु कीया, सब लोक उदाहरण अर्था। संसार नूं उदाहरण वास्ते महाराज ने तीर्थां दा रटन किया है। वख-वख थावां ते जाके महाराज ने ब्राह्मणां नूं जाके समझाया है कि असल विच परमात्मा की बंदगी ही शांति का मार्ग है, सच का मार्ग है। फिर महाराज गोइंदवाल साहब नगर वापस आए ने। गोइंदवाल साहब नगर दे विच महाराज लंगर प्रथा उस तरह जारी रखी है जिस तरह गुरु अंगद साहब महाराज रखते सन। इस नगर दे विच कुछ ब्राह्मण लोग खत्तरी लोग भी रहा करते सन, जिन्होंने अपनी जात का बड़ा अहंकार बड़ा अभिमान सी। ते इसे नगर दे विच एक तपा रहिंदा सी, जिस तपे का नाम सी शिवनाथ तपा। खिमा करना, इस तपे का नाम सी हरी राम तपा। शिवनाथ तपा खडूर साहब का रहने वाला है, तो जिहड़ा गोइंदवाल साहब तपा रहिंदा इसका नाम है हरी राम तपा। इसका जिक्र भी धन गुरु ग्रंथ साहब महाराज जी की बाणी दे विच आया। धन गुरु रामदास महाराज ने वह शब्द उच्चारण किया। महाराज ने हुक्म किया, कहन लगे जिहड़ा लंगर दे विच आके प्रशादा छकेगा उसनूं 1 रुपया मिलेगा। उस समय दे विच 1 रुपया बड़ी वड्डी गल होया करदी सी, बड़ी कीमत होया करदी सी। कुछ लालची बंदे लोभी बंदे उत्ते खत्तरी कोई ब्राह्मण आ गए, उन्होंने आके प्रशादा छकिया, 1 रुपया लैके वापस चले गए। कुछ फिर भी अड़ियल सुभाव के बंदे कोई ढीठ बंदे आए नहीं। महाराज ने फिर हुक्म किया, कहन लगे जिहड़ा आके प्रशादा छकेगा पंगत विच बैठेगा सारियां दे नाल बराबर आके लंगर छकेगा उसनूं 5 रुपए मिलणगे। जिहड़े कुछ होर लालची सन वो भी आ गए। फिर महाराज ने हुक्म किया, कहन लगे जिहड़ा हुण आके लंगर विच प्रशादा छकेगा उसनूं 1 रुपया नहीं 5 रुपए नहीं, उसनूं 1 सोने की मोहर मिलेगी। हरी राम तपे नूं भी पता लग्या, वो अपने जजमान के घर दे विच गया होया सी जिथों उसनूं 1 रुपया मिलना सी। हरी राम तपे दे मन दे विच बड़ा लालच आया, लोभ आया, पर गुरु घर दे नाल ईरखा करदा सी। अपने बेटे छोटा जिहा उसका बेटा सी उसनूं तैयार कर दिता। कहन लगा मैं नहीं जा सकता,
लोग मैनू जानते ने, मैनू समझते ने, मैं तेनों कंध टपा के भेज देना है, तू उत्थे जाके प्रशादा छक के सोने की मोहर लैके आ जावी। सोने की मोहर लैके कह लगा आपां घर दे विच रख लवांगे, किसी नूं पता भी नहीं लगेगा। अपने बेटे नूं कंध टपाउण लगा, ते जिथों कंध टपाउण लगा सी वो लंगर हाल सी। असल विच जदों कंध उसका बच्चा टप्पण लगा, एकदम थले जमीन ते डिग्गा, उसकी लत्त दे उपर चोट लगी, सट लगी, उसकी जुबान तो चीख निकली, उच्ची सारी। जदों चीख निकली, संगतां ने अपने कन्नां दे नाल वो चीख सुनी। कुछ जिहड़े संगत दे विचों बंदे ने उन्हां दे कोल आए, उन्हां दा पाज खुल गया ते हरी राम तप्पे की बड़ी बदनामी हुई। हरी राम तप्पे दे बेटे ने भावें प्रशादा भी छकिया, उसनूं सोने की मोहर भी दे दिती गई, पर संगतां नूं, गोइंदवाल साहब के नगर के लोगों को पता लग गया कि हरी राम तप्पा असल विच किन्ना लोभी ते लालची है, जो गुरु घर दे नाल ईरखा भी करता है, उन्होंने कबूल भी बोलता है, तो फिर लंगर विच आके सोने की मोहर भी लैंदा है। धन गुरु रामदास सच्चे पातशाह महाराज जी कहते ने, तपा न होवे अंदरों लोभी नित माया नूं फिरै जज मालिया, अगों दे सत्ते सद्या सत्तै दी भिखिया लए नाही, पिछों दे पछताए कै आन तपै पुत विच भालिया, पंच लोग सब हसन लगे, तपा लोभ लहर है गालिया, जिथै थोड़ा धन वेखै तिथै तपा भिटै नाही, धन बहुता डिठै तपै धर्म हारिया, भाई एह तपा ना होवी, बगुला है। कहन लगी तपा नहीं, असल विच बगुला है, जिहड़ा अंदरों होर ते बाहरों होर है। भाई ये तपा ना होवी, बगुला है, बैसाध जना विचारिया। धन गुरु रामदास सच्चे पातशाह सच्चे महाराज जी ने इसे गोइंदवाल साहब की धरती के उपर सेवा की। बौली साहब की उसारी हुई है, तो तकरीबन 1559 ईस्वी दे विच बौली तैयार हो चुकी है। महाराज ने उसदियां 84 पौड़ियां बनाईयां ने कि हिंदू वीर जिहड़े ने वो 84 लाख जूना मनते हैं, पर 84 जिहड़ी कट्टी जाती है, जात पात को खत्म करके, अपने मन विचों ईरखा को खत्म करके, संसार दे विच बराबरता की भावना लियाउण दे नाल ही 84 कट्टी जा सकती है। तो जे इत्थे आके बौली दे विच सारे बराबर इशनान करन, नाल फिर जपजी साहब भी पढ़न, उसनूं विचारन, उसनूं समझण, जरूर उसकी 84 कट्टी जाएगी। ये असल दे 84 कट्टी जाने। जिहड़ा बाणी नूं समझदा भी नहीं ते कठोर मन दे नाल अपने अंदर अवगुणां नूं लै के, अहंकार नूं लै के, भावें जिस भी तीर्थ उपर जाके इशनान करदा रहे, 84 नहीं कट्टी जा सकती। महाराज अमृत बाणी दे विच कहंदे ने, तीर्थ नहावन जाओ तीर्थ नाम है। ते बाबा कबीर साहब जी कहंदे ने, अंतर मैल जी तीर्थ नहावै तिस बैकुंठ ना जाना, लोक पतीने कछु ना होवे, ना ही राम अयाना, पूजो राम एक ही देवा साचा नहावन, गुर की सेवा जल कै मज्जन देगा धोवै, नित नित मेंढक नहावै, जैसे मेंढक तैसे ओए नर फिर जोनी आवै, मनो कठोर मरै बा नास, नरक ना बांतिया जाई, हर का संत मरै हाड़ मैं तां सगली सहन तराई। गोइंदवाल साहब महाराज जी ने 22 मंदियां स्थापित कीतियां ने, प्रचार के सेंटर महाराज ने स्थापित किए ने। फिर 52 पीढ़े, 22 जिहड़ियां मंदियां ने वो वड्डे सेंटर ने, ते जिहड़े 52 पीढ़े ने वो सब सेंटर ने छोटे छोटे केंद्र ने। ज्यों ज्यों सिक्खी का प्रचार होया, सिखां की गिणती वधी, महाराज ने सिक्खी के प्रचार के केंद्र भी स्थापित किए ने। उन्हां 22 मंदियां दे विचों भाई मानक चंद जी, उन्हां दे विचों भाई पारो परमहंस जी, भाई अल्लाह याद जी जो लाहौर के रहन वाले ने, भाई डल्ले के रहन वाले जिहड़े सिख ने, भाई लालू जी, उन्होंने भी महाराज जी की सेवा की है। वो मसंद ने, प्रचारक ने। मसंद जिहड़ा शब्द है अरबी का है, मसंद मसनद तो बनया। मसनद का अर्थ है छोटा तख्त, छोटा सिंघासन, जो गद्दी ला के बैठता होवे, जिहड़ा प्रचार करता होवे, जिहड़ा उपदेश करता होवे, उसका नाम मसंद है। ते महाराज जी ने ही भाई जेठा जी नूं हुक्म किया है कि तुसीं गिलवाली ते जिहड़ा ये तुंग है, इन्हां नगरां दे विचकार तुसीं एक नगर वसाओ, जिहड़ा नगर साडा केंद्र होवे, बहुत रमणीक होवे। वो नगर का नाम बाद विच अमृतसर साहब पिया।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। 17 ਰਾਗਾਂ ਦੇ ਵਿੱਚੋਂ ਮਹਾਰਾਜ ਜੀ ਦੀ ਜਿਹੜੀ ਬਾਣੀ ਆਪਾਂ ਹਰ ਰੋਜ਼ ਪੜ੍ਹਦੇ ਹਾਂ ਆਨੰਦ ਸਾਹਿਬ, ਮਹਾਰਾਜ ਜੀ ਨੇ ਪੱਟੀ ਬਾਣੀ ਵੀ ਉਚਾਰਨ ਕੀਤੀ ਹੈ। ਸਤਿਗੁਰੂ ਜੀ ਦਇਆ ਕਰਨ, ਤਰਸ ਕਰਨ। ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਮੁਤਲਕ ਬਹੁਤ ਸੰਖੇਪ ਦੇ ਵਿੱਚ ਆਪਾਂ ਜਾਣਨ ਦਾ ਯਤਨ ਕੀਤਾ ਹੈ। ਤੇ ਭੱਟ ਸਾਹਿਬ ਜੀ ਕਹਿੰਦੇ ਨੇ ਮੇਰੇ ਕੋਲ ਸ਼ਬਦ ਨਹੀਂ ਕਿ ਮਹਾਰਾਜ ਜੀ ਦੀ ਮੈਂ ਸਿਫਤ ਕਰ ਸਕਾਂ। ਥੋੜਾ ਜਿਹਾ ਮੈਂ ਕਹਿ ਕੇ ਉਹ ਸਵਈਆ ਆਪ ਜੀ ਦੇ ਕੋਲੋਂ ਖਿਮਾ ਮੰਗਣ ਲੱਗਾ ਹਾਂ। ਭੱਟ ਸਾਹਿਬ ਜੀ ਕਹਿੰਦੇ ਨੇ ਮੈਂ ਵੇਖਦਾ ਕਿ ਦੁਨੀਆ ਦੇ ਵਿੱਚ ਬੜੀਆਂ ਐਸੀਆਂ ਚੀਜ਼ਾਂ ਨੇ ਜੋ ਕਿ ਗਿਣੀਆਂ ਨਹੀਂ ਜਾ ਸਕਦੀਆਂ। ਬੱਦਲਾਂ ਦੇ ਵਿੱਚੋਂ ਜਿਹੜੀਆਂ ਕਣੀਆਂ ਡਿੱਗਦੀਆਂ ਨੇ ਉਹਨਾਂ ਦਾ ਅੰਤ ਕੋਈ ਨਹੀਂ। ਕਹਿਣ ਲੱਗੇ ਬਸੰਤ ਦੀ ਰੁੱਤ ਆਉਂਦੀ ਹੈ ਤੇ ਜਿਹੜੇ ਫੁੱਲ ਖਿੜਦੇ ਨੇ ਉਹਨਾਂ ਦਾ ਵੀ ਕੋਈ ਪਾਰਾਵਾਰ ਨਹੀਂ, ਗਿਣੇ ਨਹੀਂ ਜਾ ਸਕਦੇ। ਸਮੁੰਦਰ ਦੇ ਵਿੱਚ ਜਿਹੜਾ ਪਾਣੀ ਹੈ, ਕਿਹੜਾ ਬੰਦਾ ਹੈ ਜਿਹੜਾ ਪਾਣੀ ਦੇ ਮਾਪਦੰਡ ਨੂੰ ਮਾਪ ਸਕਦਾ ਹੋਵੇ, ਸਮੁੰਦਰ ਦੀ ਗਹਿਰਾਈ ਨੂੰ ਮਾਪ ਸਕਦਾ ਹੋਵੇ। ਕਹਿਣ ਲੱਗੇ ਸੂਰਜ ਦੀਆਂ ਕਿਰਨਾਂ ਦੀ ਕਿਹੜਾ ਬੰਦਾ ਗਿਣਤੀ ਕਰੇਗਾ। ਚੰਦਰਮਾ ਦੇ ਵਿੱਚੋਂ ਜਿਹੜੀ ਚਾਨਣੀ ਨਿਕਲ ਰਹੀ ਹੈ, ਕਿਰਨਾਂ ਨਿਕਲ ਰਹੀਆਂ ਨੇ, ਕਿਹੜਾ ਬੰਦਾ ਗਿਣਤੀ ਕਰ ਸਕੇਗਾ। ਕਹਿਣ ਲੱਗੇ ਫਿਰ ਵੀ ਹੋ ਸਕਦਾ, ਮੈਂ ਦਾਅਵਾ ਨਹੀਂ ਕਰਦਾ। ਆਉਣ ਵਾਲੇ ਸਮੇਂ ਦੇ ਅੰਦਰ ਸਾਇੰਸ ਤਰੱਕੀ ਕਰ ਜਾਵੇ, ਵਿਗਿਆਨ ਤਰੱਕੀ ਕਰ ਜਾਵੇ, ਕਿਉਂਕਿ ਵਿਗਿਆਨ ਆਪਣੀ ਹਾਰ ਕਦੇ ਕਬੂਲ ਨਹੀਂ ਕਰਦੀ, ਮੰਨਦੀ ਨਹੀਂ। ਸਾਇੰਟਿਸਟ ਕਹਿੰਦੇ ਨੇ ਅੱਜ ਨਹੀਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਜਾਣ ਲਵਾਂਗੇ। ਉਹ ਕਹਿੰਦੇ ਨੇ ਆਪਾਂ ਹਾਰ ਨਹੀਂ ਮੰਨਦੇ। ਭੱਟ ਸਾਹਿਬ ਜੀ ਕਹਿੰਦੇ ਨੇ ਹੋ ਸਕਦਾ ਕੋਈ ਐਸਾ ਬੰਦਾ ਹੋਵੇ ਜਿਹੜਾ ਸ਼ਿਵਜੀ ਵਾਂਗ ਬੜੀ ਤਪੱਸਿਆ ਕਰਦਾ ਹੋਵੇ, ਸਮਾਧੀ ਲਾਉਂਦਾ ਹੋਵੇ, ਤੇ ਕੋਈ ਬੰਦਾ ਗੁਰੂ ਦੇ ਗਿਆਨ ਨੂੰ ਲੈ ਕੇ ਧਿਆਨ ਦੇ ਵਿੱਚ ਇਹ ਜਾਣ ਲਵੇ ਕਿ ਸਮੁੰਦਰ ਦਾ ਪੇਟ, ਸਮੁੰਦਰ ਦੀ ਗਹਿਰਾਈ ਕਿੰਨੀ ਕੁ ਹੈ, ਸੂਰਜ ਦੀਆਂ ਕਿਰਨਾਂ ਕਿੰਨੀਆਂ ਕੁ ਨੇ, ਚੰਦਰਮਾ ਦੀਆਂ ਕਿਰਨਾਂ ਕਿੰਨੀਆਂ ਕੁ ਨੇ, ਬੱਦਲਾਂ ਦੇ ਵਿੱਚੋਂ ਡਿੱਗਦੀਆਂ ਹੋਈਆਂ ਇਹ ਕਣੀਆਂ ਦੀ ਗਿਣਤੀ ਕੀ ਹੈ, ਕੋਈ ਜਾਣ ਸਕਦਾ ਹੈ। ਫੁੱਲਾਂ ਦੀ ਗਿਣਤੀ ਜਾਣ ਸਕਦਾ ਹੈ। ਪਰ ਮੈਂ ਇੱਕ ਅਰਜ਼ ਕਰਦਾ ਹਾਂ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਣਾਂ ਬਾਰੇ ਮੈਂ ਨਹੀਂ ਜਾਣਦਾ। ਉਹਨਾਂ ਦੀ ਉਪਮਾ ਖੁਦ ਉਹ ਆਪ ਹੀ ਜਾਣਦੇ ਨੇ। ਕਨ ਹਰ ਬੂਨ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨਹ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਿਗੁਰੂ ਜੀ ਕਿਰਪਾ ਕਰਨ। ਅੱਜ ਆਪਾਂ ਹਜ਼ੂਰ ਦੇ ਜੀਵਨ ਦੇ ਬਾਰੇ ਜਾਣਨ ਦਾ ਯਤਨ ਕੀਤਾ ਹੈ ਤੇ ਜੋ ਜੀਵਨ ਦੇ ਵਿੱਚੋਂ ਸਾਨੂੰ ਸਿੱਖਿਆ ਮਿਲੀ ਹੈ, ਜ਼ਾਤ ਪਾਤ ਨੂੰ ਖਤਮ ਕਰੀਏ। ਆਪਾਂ ਜੋ ਵਿਅਰਥ ਕਰਮ ਨੇ ਉਹਨਾਂ ਵਿਅਰਥ ਕਰਮਾਂ ਨੂੰ ਛੱਡ ਕੇ, ਜਿਵੇਂ ਮਹਾਰਾਜ ਨੇ ਪਹਿਲੀ ਜ਼ਿੰਦਗੀ ਦੇ ਵਿੱਚ ਪਛਤਾਵਾ ਕੀਤਾ ਹੈ, ਸਾਨੂੰ ਵੀ ਪਛਤਾਵਾ ਨਾ ਹੋਵੇ ਤੇ ਜੋ ਸਹੀ ਮਾਰਗ ਹੈ, ਸਹੀ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰੀਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਹੋਣ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।